ਵੱਡੀ ਗੱਲ। ਪੋਤਾ ਦਾਦੀ ਨੂੰ ਰੋਟੀ ਪਕਾਉਂਦਿਆਂ ਵੇਖਦਾ ਸੀ। ਰੋਟੀ ਸੇਕਦਿਆਂ ਦਾਦੀ ਦਾ ਹੱਥ ਸੜਦਾ ਸੀ। ਉਹ ਸੋਚਦਾ ਰਹਿੰਦਾ ਸੀ ਕਿ ਕੀ ਕਰਾਂ ਕਿ ਦਾਦੀ ਦਾ ਹੱਥ ਨਾ ਸੜੇ। ਕਿਸੇ ਘਰ ਵਿੱਚ ਉਹਨੇ ਚਿਮਟਾ ਵੇਖਿਆ। ਕੁਝ ਦਿਨ ਮਗਰੋਂ ਉਹ ਬੱਚਿਆਂ ਨਾਲ ਮੇਲਾ ਵੇਖਣ ਗਿਆ, ਜਿੱਥੇ ਉਸਨੇ ਰਸੋਈ 'ਚ ਵਰਤਣ ਵਾਲੀਆਂ ਚੀਜ਼ਾਂ ਵੇਖੀਆਂ ਅਤੇ ਇੱਕ ਘਰ ਵਿੱਚ ਵੇਖੇ ਚਿਮਟੇ ਵਰਗਾ ਚਿਮਟਾ ਵੇਖਿਆ। ਉਸਨੇ ਚਿਮਟਾ ਖਰੀਦਿਆ। ਬਾਕੀ ਬੱਚੇ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਖਿਡੌਣੇ ਖਰੀਦ ਰਹੇ ਸਨ। ਉਹਨੇ ਸਾਰੇ ਪੈਸੇ ਚਿਮਟੇ 'ਤੇ ਖਰਚ ਕਰ ਦਿੱਤੇ ਸਨ। ਉਹ ਚਿਮਟੇ ਨਾਲ ਇਵੇਂ ਟੁਰ ਰਿਹਾ ਸੀ ਜਿਵੇਂ ਫੌਜੀ ਬੰਦੂਕ ਲੈ ਕੇ ਚੱਲਦਾ ਹੈ। ਦਾਦੀ ਨੇ ਵੇਖਿਆ ਤਾਂ ਭਰੀਆਂ ਅੱਖਾਂ ਨਾਲ ਚਿਮਟੇ ਸਮੇਤ ਪੋਤੇ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਗੱਲ ਤਾਂ ਕੁਝ ਵੀ ਨਹੀਂ ਸੀ, ਪਰ ਕੀ ਇਸ ਨਾਲੋਂ ਵੱਡੀ ਕੋਈ ਗੱਲ ਹੋ ਸਕਦੀ ਹੈ? ਧੰਨਵਾਦ। ਜ਼ਿੰਦਗੀ ਦੇ ਵਰਦਾਨ। ਸਕੂਲ ਦੇ ਨੇੜੇ ਇਕੱਲੀ ਰਹਿੰਦੀ ਵਿਧਵਾ ਦੇ ਘਰ ਦੇ ਬਾਹਰ ਇੱਕ ਥੜਾ ਸੀ, ਜਿੱਥੇ ਸਾਹਮਣੇ ਵਾਲੇ ਸਕੂਲ ਦੇ ਬੱਚੇ ਅੱਧੀ ਛੁੱਟੀ ਵੇਲੇ ਕੁਝ ਚਿਰ ਲਈ ਉੱਥੇ ਬੈਠਦੇ ਸਨ। ਮਾਲਕਣ ਉਸ ਵੇਲੇ ਆ ਕੇ ਉਹਨਾਂ ਬੱਚਿਆਂ ਨੂੰ ਬੁਰਾ ਭਲਾ ਕਹਿੰਦੀ ਸੀ, ਗਾਲਾਂ ਕੱਢਦੀ ਸੀ। ਅਕਸਰ ਛੁੱਟੀ ਦੀ ਘੰਟੀ ਸੁਣ ਕੇ ਉਹ ਥੜੇ 'ਤੇ ਪਾਣੀ ਦੀ ਬਾਲਟੀ ਰੋੜ ਦਿੰਦੀ ਸੀ। ਕੁਝ ਚਿਰ ਮਗਰੋਂ ਉਹਨੇ ਥੜਾ ਹੀ ਤੁੜਵਾ ਦਿੱਤਾ। ਬੱਚੇ ਖੇਡਦੇ ਰਹੇ। ਬੈਠਣ ਦੀ ਥਾਂ ਨਾ ਹੋਣ ਕਾਰਨ ਉਹ ਬੈਠ ਨਹੀਂ ਸਨ ਸਕਦੇ। ਸਬੱਬ ਨਾਲ ਗੁਸਲਖਾਨੇ ਵਿੱਚ ਤਿਲਕਣ ਕਰਕੇ ਮਾਲਕਣ ਦੀ ਲੱਤ ਟੁੱਟ ਗਈ। ਬੱਚੇ ਉਹਦਾ ਹਾਲ ਚਾਲ ਪੁੱਛਣ ਲੱਗ ਪਏ। ਇੱਕ ਨੇ ਕਿਹਾ, ਤੁਸੀਂ ਮੇਰੇ ਦਾਦੀ ਜੀ ਵਰਗੇ ਹੋ। ਮਾਲਕਣ ਨੂੰ ਮਹਿਸੂਸ ਹੋਇਆ ਕਿ ਪੰਛੀਆਂ ਦੀਆਂ ਆਵਾਜ਼ਾਂ, ਮੀਂਹ ਦਾ ਸ਼ੋਰ, ਬੱਚਿਆਂ ਦਾ ਰੌਲਾ ਜ਼ਿੰਦਗੀ ਦੇ ਵਰਦਾਨ ਹਨ। ਨਾ ਕੇਵਲ ਉਸਨੇ ਥੜਾ ਦੁਬਾਰਾ ਬਣਵਾਇਆ, ਸੰਗਮਰਮਰ ਵੀ ਲਵਾ ਦਿੱਤਾ। ਧੰਨਵਾਦ। ਰਾਘਵਨ। ਸੰਪਾਦਕਾਂ ਦਾ ਸੰਪਾਦਕ ਪਾਨੀਕਾਰ ਹਿੰਦੁਸਤਾਨ ਟਾਈਮਜ਼ ਦਾ ਸੰਪਾਦਕ ਸੀ। ਰਾਘਵਨ ਉਹਦਾ ਸਹਾਇਕ ਸੰਪਾਦਕ ਸੀ। ਪਰ ਰਾਘਵਨ ਦੇ ਸੁਭਾਅ ਵਿੱਚ ਅਨੁਸ਼ਾਸਨ ਨਹੀਂ ਸੀ। ਉਹ ਬੜਾ ਲਾਇਕ ਤੇ ਤਿੱਖਾ ਸੀ, ਪਰ ਬੜਾ ਖਰਚੀਲਾ ਸੀ। ਤਨਖਾਹ 500 ਸੀ, ਖਰਚ ਦਾ 1500 ਸੀ। ਮਹਿੰਗੀਆਂ ਤੇ ਫਜ਼ੂਲ ਚੀਜ਼ਾਂ ਖਰੀਦਣ ਦੀ ਆਦਤ ਸੀ। ਹਰ ਕਿਸੇ ਤੋਂ ਉਧਾਰ ਮੰਗਦਾ ਸੀ, ਕਿਉਂਕਿ ਇੱਕ ਤੋਂ ਪੈਸੇ ਲੈ ਕੇ ਦੂਜੇ ਦਾ ਉਧਾਰ ਲਾਉਣ ਵਿੱਚ ਉਲਝਿਆ ਰਹਿੰਦਾ ਸੀ। ਉਹ ਆਪਣੇ ਸਮੇਂ ਦਾ ਸਭ ਤੋਂ ਲਾਇਕ ਪੱਤਰਕਾਰ ਹੋਣ ਦੇ ਬਾਵਜੂਦ ਅਨੁਸ਼ਾਸਨ ਦੀ ਘਾਟ ਕਾਰਨ ਕੁਝ ਨਾ ਬਣ ਸਕਿਆ। ਤੁਸੀਂ ਵੀ ਕਿਸੇ ਨਾ ਕਿਸੇ ਰਾਘਵਨ ਨੂੰ ਜਾਣਦੇ ਹੋਗੇ। ਕਿ ਤੁਸੀਂ ਵੀ ਰਾਘਵਨ ਤਾਂ ਨਹੀਂ? ਧੰਨਵਾਦ। ਅਢੁਕਵਾਂ ਵਿਹਾਰ। ਮਜ਼ਦੂਰ ਵਰਗ ਦੀ ਹਰ ਗੱਲ 'ਤੇ ਹੜਤਾਲ ਕਰਨ ਦੀ ਆਦਤ ਦੀ ਵਿਰੋਧਤਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਗਾਰਫੀਲਡ ਦਾ ਕਤਲ ਹੋ ਗਿਆ ਸੀ। ਜਿੱਥੇ ਉਸਨੂੰ ਦਫਨਾਇਆ ਜਾਣਾ ਸੀ, ਉੱਥੇ ਨੇੜੇ ਹੀ ਮਜ਼ਦੂਰਾਂ ਦੀ 3 ਰੋਜ਼ਾ ਕਾਨਫਰੰਸ ਹੋ ਰਹੀ ਸੀ। ਕਈਆਂ ਨੇ ਸੁਝਾਅ ਦਿੱਤਾ, ਸੋਗ ਵਜੋਂ ਅੱਜ ਦੀ ਕਾਰਵਾਈ ਮੁਲਤਵੀ ਕਰਕੇ ਕੱਲ੍ਹ ਮੁਕੰਮਲ ਕਰ ਲਈ ਜਾਏ। ਪਰ ਮਜ਼ਦੂਰਾਂ ਦੇ ਪ੍ਰਧਾਨ ਗੋਮਪਰਜ਼ ਨੇ ਰਾਸ਼ਟਰਪਤੀ ਵਿਰੁੱਧ ਵਿਰੋਧ ਦਾ ਮਤਾ ਪਾਸ ਕਰਵਾਇਆ ਤੇ ਕਾਨਫਰੰਸ ਜਾਰੀ ਰੱਖੀ। ਗੋਮਪਰਜ਼ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਸਨ। ਉਹਦੇ ਕਾਨਫਰੰਸ ਜਾਰੀ ਰੱਖਣ ਦੇ ਨਿਰਣੇ ਨੇ ਇਹ ਸੰਭਾਵਨਾ ਮੁਕਾ ਦਿੱਤੀ। ਗੋਮਪਰਜ਼ ਨੇ ਮਗਰੋਂ ਲਿਖਿਆ, ਮੇਰਾ ਵਿਹਾਰ ਗਲਤ ਸੀ। ਗਾਰਫੀਲਡ ਵਿੱਚ ਨੁਕਸ ਹੋ ਸਕਦੇ ਹਨ, ਪਰ ਸਾਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਸਤਿਕਾਰ ਕਰਨਾ ਚਾਹੀਦਾ ਸੀ। ਰਾਸ਼ਟਰਪਤੀ ਦਾ ਅਹੁਦਾ ਪ੍ਰਜਾਤੰਤਰ ਦਾ ਅਹੁਦਾ ਸੀ। ਪ੍ਰਜਾਤੰਤਰ ਦਾ ਸਤਿਕਾਰ ਹੋਣਾ ਚਾਹੀਦਾ ਹੈ। ਗੋਮਪਰਜ਼ ਨੇ ਆਪਣੇ ਅਢੁਕਵੇਂ ਵਿਹਾਰ ਦੀ ਮੁਆਫ਼ੀ ਮੰਗੀ। ਕਈ ਵਾਰੀ ਆਪਸੀ ਵਿਰੋਧਤਾ ਕਾਰਨ ਸੇਵਾ ਮੁਕਤ ਹੋਣ ਵਾਲੇ ਸਹਿਕਰਮੀ ਨੂੰ ਵਿਦਾਇਗੀ ਪਾਰਟੀ ਨਹੀਂ ਦਿੱਤੀ ਜਾਂਦੀ। ਜਿਹੜੇ ਇਉਂ ਕਰਦੇ ਹਨ, ਉਹ ਆਪਣਾ ਛੋਟਾਪਣ ਤੇ ਨੀਵਾਂਪਣ ਹੀ ਨੰਗਾ ਕਰਦੇ ਹਨ। ਧੰਨਵਾਦ। ਅਰਥਚਾਰਾ। ਪਰਿਵਰਤਨ ਕੋਈ ਹੋਵੇ, ਲਿਆਉਣਾ ਬੜਾ ਮੁਸ਼ਕਿਲ ਹੁੰਦਾ ਹੈ।
ਜਦੋਂ ਗੱਡੀਆਂ ਚੱਲੀਆਂ ਸਨ ਤਾਂ ਔਰਤਾਂ ਵਿੱਚ ਵਹਿਮ ਫੈਲ ਗਿਆ ਕਿ ਜਿਹੜਾ ਇੱਕ ਵਾਰੀ ਗੱਡੀ ਚੜ੍ਹ ਗਿਆ ਉਹ ਹਮੇਸ਼ਾ ਲਈ ਮੁਸਾਫਿਰ ਬਣ ਗਿਆ। ਉਹ ਆਪਣੇ ਪਤੀਆਂ ਨੂੰ ਗੱਡੀ ਨਹੀਂ ਸੀ ਚੜ੍ਹਨ ਦਿੰਦੀਆਂ। ਭਾਰਤ ਵਿੱਚ ਲੋਕ ਹਰੇਕ ਸਮੱਸਿਆ ਲਈ ਜੋਤਸ਼ੀਆਂ ਜਾਂ ਮਜ਼ਾਰਾਂ ਦੇ ਮੁਤਵੱਲੀਆਂ ਵੱਲ ਦੌੜਦੇ ਹਨ। ਕਹਾਣੀਆਂ ਫੈਲ ਗਈਆਂ ਕਿ ਇੱਕ ਨੇ ਬਿਨਾਂ ਤਵੀਜ਼ ਦੇ ਸਫ਼ਰ ਕੀਤਾ, ਗੱਡੀ ਉਤਰਨ ਵੇਲੇ ਲੱਤ ਤੁੜਵਾ ਬੈਠਾ। ਜਦੋਂ ਕੋਈ ਦੁਰਘਟਨਾ ਵਾਪਰਦੀ ਸੀ, ਮੁਤਵੱਲੀ ਕਹਿੰਦਾ ਸੀ, ਮੇਰੇ ਤਵੀਜ਼ ਤੋਂ ਬਿਨਾਂ ਸਫ਼ਰ ਕਰੋਗੇ ਤਾਂ ਇਵੇਂ ਹੀ ਹੋਏਗਾ। ਇਹਨਾਂ ਅਫਵਾਹਾਂ ਕਰਕੇ ਹਰ ਕੋਈ ਪਹਿਲਾਂ ਤਵੀਜ਼ ਲੈਂਦਾ ਸੀ, ਫਿਰ ਟਿਕਟ ਖਰੀਦਦਾ ਸੀ। ਹਰ ਕੰਮ ਲਈ ਤਵੀਜ਼ ਸੀ। ਹਰ ਪ੍ਰਕਾਰ ਦੇ ਤਵੀਜ਼ ਲਈ ਕੀਮਤ ਵੱਖਰੀ ਸੀ। ਸਸਤੇ ਜ਼ਮਾਨੇ ਵਿੱਚ ਵਿਆਹ ਲਈ ਤਵੀਜ਼ ਦੇ 5 ਰੁਪਏ ਅਤੇ ਨੌਕਰੀ ਲਈ ਤਵੀਜ਼ 1 ਰੁਪਏ ਦਾ ਆਉਂਦਾ ਸੀ। 1 ਰੁਪਏ ਦੀ ਕਣਕ ਦੀ ਬੋਰੀ ਆ ਜਾਂਦੀ ਸੀ। ਲੋਕਾਂ ਲਈ ਪਿੰਡ ਤੋਂ ਬਾਹਰ ਸਭ ਪਾਸੇ ਜਿੰਨਾਂ ਭੂਤਾਂ ਦਾ ਵਾਸ ਸੀ। ਜਦੋਂ ਦੀ ਗੱਡੀ ਚੱਲੀ ਸੀ, ਹਜ਼ਰਤ ਪੀਰ ਦਾ ਮਜ਼ਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਸੀ। ਤਵੀਜ਼ਾਂ ਨੇ ਪਿੰਡਾਂ ਦਾ ਸਾਰਾ ਅਰਥਚਾਰਾ ਕਾਬੂ ਕੀਤਾ ਹੋਇਆ ਸੀ। ਇਹ ਕਿਹੋ ਜਿਹੇ ਜ਼ਮਾਨੇ ਸਨ। ਧੰਨਵਾਦ। ਰੱਬ ਵਰਗਾ ਬੰਦਾ। ਅਫਗਾਨਿਸਤਾਨ ਦੇ ਕਬੀਲਿਆਂ ਦੀਆਂ ਲੜਾਈਆਂ ਵਿੱਚ 15-20 ਬੰਦਿਆਂ ਦਾ ਮਾਰਿਆ ਜਾਣਾ ਆਮ ਗੱਲ ਹੋਇਆ ਕਰਦੀ ਸੀ। ਚੱਲਦੀ ਲੜਾਈ ਨੂੰ ਬੰਦ ਕਰਵਾਉਣ ਲਈ ਇੱਕ ਢੰਗ ਵਰਤਿਆ ਜਾਂਦਾ ਸੀ ਜਿਸ ਨੂੰ ਮੇੜ ਕਹਿੰਦੇ ਸਨ। ਇੱਕ ਇਲਾਕੇ ਵਿੱਚ ਭਗਵਾਨ ਦਾਸ ਨਾਮ ਦਾ ਵਿਅਕਤੀ ਹਿੰਦੂ ਤਰਖਾਣ ਸੀ। ਘੱਟ ਗਿਣਤੀ ਵਿੱਚੋਂ ਹੋਣ ਕਰਕੇ ਮੁਸਲਮਾਨ ਬਲੋਚ ਉਹਦੀ ਜਾਨ ਤੇ ਮਾਲ ਦੀ ਰਾਖੀ ਵਿੱਚ ਆਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਰਹਿੰਦੇ ਸਨ। ਬਲੋਚ ਭਗਵਾਨ ਦਾਸ ਦਾ ਉਸਦੇ ਗੈਰ ਮੁਸਲਿਮ ਹੋਣ ਤੇ ਨਿਰਪੱਖ ਹੋਣ ਕਰਕੇ ਸਤਿਕਾਰ ਕਰਦੇ ਸਨ। ਜਦੋਂ ਭਗਵਾਨ ਦਾਸ ਵੇਖਦਾ ਸੀ ਕਿ ਲੜਾਈ ਵਧੇਰੇ ਖੂਨੀ ਹੁੰਦੀ ਜਾ ਰਹੀ ਸੀ, ਉਹ ਸਿਰ 'ਤੇ ਕੁਰਾਨ ਸ਼ਰੀਫ ਚੁੱਕ ਕੇ ਉਹਨਾਂ ਵਿਚਕਾਰ ਆ ਜਾਂਦਾ ਸੀ, ਜਿਸ ਨਾਲ ਸਾਰਾ ਸ਼ੋਰ ਸ਼ਰਾਬਾ ਠੰਡਾ ਪੈ ਜਾਂਦਾ ਸੀ। ਉੱਠੇ ਹੋਏ ਹੱਥ ਰੁਕ ਜਾਂਦੇ ਸਨ। ਜੋ ਜਿੱਥੇ ਹੁੰਦਾ ਸੀ ਉੱਥੇ ਹੀ ਬੁੱਤ ਬਣ ਜਾਂਦਾ ਸੀ। ਜੇ ਭਗਵਾਨ ਦਾਸ ਕਿਧਰੇ ਗਿਆ ਹੁੰਦਾ ਸੀ ਤਾਂ ਉਹਦੇ ਘਰ ਦੀਆਂ ਵੱਡੀਆਂ ਔਰਤਾਂ ਸਿਰ ਦੇ ਵਾਲ ਖੋਲ੍ਹ ਕੇ ਗਲ ਵਿੱਚ ਚਾਦਰ ਪਾਈ ਲੜਾਈ ਵਾਲੀ ਥਾਂ 'ਤੇ ਪਹੁੰਚ ਜਾਂਦੀਆਂ ਸਨ ਅਤੇ ਉਹਨਾਂ ਦੇ ਸਤਿਕਾਰ ਵਜੋਂ ਲੜਾਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਜਾਂਦਾ ਸੀ। ਧੰਨਵਾਦ। ਜਾਣੀ ਜਾਣ। ਵਿਕਲਾਂਗ ਨੂੰ ਕੁਝ ਅਜਿਹਾ ਕਰਨਾ ਸਿੱਖਣਾ ਚਾਹੀਦਾ ਹੈ ਜਿਹੜਾ ਉਸਨੂੰ ਹੋਰਾਂ ਨਾਲੋਂ ਵੱਖਰਿਆਏ। ਇਵੇਂ ਉਸ ਵਿੱਚੋਂ ਹੀਣ ਭਾਵਨਾ ਮੁੱਕ ਜਾਂਦੀ ਹੈ। ਸਾਡਾ ਇੱਕ ਨੇਤਰਹੀਣ ਜਮਾਤੀ ਜੱਗ ਤੋਂ ਗਲਾਸ ਵਿੱਚ ਪਾਣੀ ਪਾਉਣ ਨਾਲ ਉਪਜੀ ਆਵਾਜ਼ ਤੋਂ ਦੱਸ ਸਕਦਾ ਸੀ ਕਿ ਜੱਗ ਵਿੱਚੋਂ ਕਿੰਨਾ ਪਾਣੀ ਗਲਾਸ ਵਿੱਚ ਪਿਆ ਹੈ। ਉਹ ਬੋਲਣ ਵਾਲੇ ਦੀ ਆਵਾਜ਼ ਤੋਂ ਉਹਦੀ ਉਮਰ, ਭਾਰ ਤੇ ਲੰਬਾਈ ਦੱਸ ਸਕਦਾ ਸੀ। ਉਹ ਹੋਰਾਂ ਨੂੰ ਉਹਨਾਂ ਦੇ ਕਦਮਾਂ ਦੀ ਆਵਾਜ਼ ਨਾਲ ਪਛਾਣ ਲੈਂਦਾ ਸੀ। ਉਹ ਰਸੋਈ ਦੀ ਸੁਗੰਧ ਤੋਂ ਦੱਸ ਦਿੰਦਾ ਸੀ ਕਿ ਰਸੋਈ ਕਿੰਨੀ ਦੂਰ ਸੀ ਅਤੇ ਬਣਨ ਵਾਲੀ ਚੀਜ਼ ਕਿੰਨੀ ਬਣ ਗਈ ਸੀ। ਉਹ ਉੱਪਰਲੇ 3 ਵਿਦਿਆਰਥੀਆਂ ਵਿੱਚੋਂ ਸੀ। ਸਾਰੀ ਕਲਾਸ ਉਹਦੇ ਸਾਥ ਲਈ ਤੰਗਦੀ ਸੀ। ਉਹਦੀਆਂ ਗਿਆਨ ਇੰਦਰੀਆਂ ਇੰਨੀਆਂ ਸੂਖਮ ਅਤੇ ਤਿੱਖੀਆਂ ਸਨ ਕਿ ਉਹ ਭਵਿੱਖਬਾਣੀਆਂ ਵਰਗੀਆਂ ਗੱਲਾਂ ਕਰਦਾ ਸੀ। ਅਸੀਂ ਉਸ ਨੂੰ ਪਿਆਰ ਨਾਲ ਜਾਣੀ ਜਾਣ ਕਹਿ ਕੇ ਬੁਲਾਉਂਦੇ ਸਾਂ। ਧੰਨਵਾਦ। ਮੁੱਲ। ਕਿਸੇ ਪੁਰਾਣੀ ਕਿਤਾਬ ਵਿੱਚੋਂ ਮੋਰ ਦਾ ਖੰਭ ਮਿਲ ਜਾਣਾ, ਕਿਸੇ ਠੱਪੀ ਹੋਈ ਪੁਰਾਣੀ ਚਿੱਠੀ ਵਿੱਚੋਂ ਗੁਲਾਬ ਦਾ ਸੁੱਕਾ ਫੁੱਲ ਲੱਭ ਪੈਣਾ ਇਸ ਲਈ ਪ੍ਰਸੰਨਤਾ ਦਿੰਦਾ ਹੈ ਕਿਉਂਕਿ ਇਹ ਸਾਡੇ ਸੋਹਣੇ, ਪਿਆਰੇ, ਰੰਗਲੇ ਅਤੇ ਨਿੱਘੇ ਦਿਨਾਂ ਦੀ ਯਾਦ ਹੁੰਦਾ ਹੈ, ਜਦੋਂ ਕਿਸੇ ਨੇ ਸਾਡਾ ਮੁੱਲ ਪਾਇਆ ਸੀ, ਸਾਡੀਆਂ ਅੱਖਾਂ ਵਿੱਚ ਡੂੰਘਾ ਵੇਖਿਆ ਸੀ, ਸਾਡੇ ਨੇੜੇ ਆਇਆ ਸੀ, ਸਾਨੂੰ ਆਪਣੇ ਕੋਲ ਬੁਲਾਇਆ ਸੀ, ਉਸ ਨੂੰ ਉਵੇਂ ਵੇਖਿਆ ਸੀ ਜਿਵੇਂ ਉਸ ਤੋਂ ਪਹਿਲਾਂ ਅਤੇ ਉਸ ਤੋਂ ਮਗਰੋਂ ਕਿਸੇ ਨੇ ਨਹੀਂ ਸੀ ਵੇਖਿਆ। ਧੰਨਵਾਦ। ਹੀਜੜੇ। ਕਈ ਵਾਰੀ ਖੋਟੇ ਸਿੱਕੇ ਮੋਹਰਾਂ ਨਾਲੋਂ ਵੀ ਵਧੇਰੇ ਕੀਮਤੀ ਹੁੰਦੇ ਹਨ। ਇੱਕ ਮਾਂ ਧੀ ਆਟੋ ਵਿੱਚ ਜਾ ਰਹੀਆਂ ਸਨ।
ਧੀ ਦਾ 12ਵੀਂ ਦਾ ਗਣਿਤ ਦਾ ਪੇਪਰ ਸੀ। ਇਸੇ ਵਿਸ਼ੇ ਵਿੱਚ ਧੀ ਕਮਜ਼ੋਰ ਸੀ। ਮਾਂ ਹੌਸਲਾ ਦੇਣ ਲਈ ਨਾਲ ਜਾ ਰਹੀ ਸੀ। ਅਚਾਨਕ ਗਲੀ ਵਿੱਚੋਂ ਇੱਕ ਬੱਚਾ ਦੌੜਦਾ ਹੋਇਆ ਆਇਆ, ਜਿਸ ਨੂੰ ਬਚਾਉਂਦਿਆਂ ਆਟੋ ਵਾਲੇ ਨੇ ਇੰਨੀ ਜ਼ੋਰ ਦੀ ਬ੍ਰੇਕ ਲਾਈ ਕਿ ਆਟੋ ਉਲਟ ਗਿਆ। ਡਰਾਈਵਰ ਭੁੜਕ ਕੇ ਬਾਹਰ ਡਿੱਗ ਪਿਆ ਅਤੇ ਧੀ ਮਾਂ ਸੜਕ 'ਤੇ ਡਿੱਗ ਪਈਆਂ। ਆਟੋ ਦਾ ਪਿਛਲਾ ਪਹੀਆ ਮਾਂ ਦੇ ਪੈਰ 'ਤੇ ਸੀ। ਧੀ ਨੇ ਮਾਂ ਨੂੰ ਪੁੱਛਿਆ ਕਿ ਕੀ ਉਹ ਠੀਕ ਸੀ। ਮਾਂ ਨੇ ਦੱਸਿਆ ਕਿ ਉਹਦਾ ਪੈਰ ਦੱਬਿਆ ਹੋਇਆ ਸੀ। ਲੋਕ ਆਲੇ ਦੁਆਲੇ ਲੰਘ ਰਹੇ ਸਨ, ਪਰ ਕੋਈ ਮਦਦ ਲਈ ਨਾ ਰੁਕਿਆ। ਸਬੱਬ ਨਾਲ ਉੱਧਰੋਂ 3 ਹੀਜੜੇ ਲੰਘ ਰਹੇ ਸਨ। ਔਰਤਾਂ ਦੇ ਕੱਪੜਿਆਂ ਵਿੱਚ 2 ਹੀਜੜਿਆਂ ਨੇ ਡਿੱਗਿਆ ਆਟੋ ਸਿੱਧਾ ਕੀਤਾ। ਮਾਂ ਨੂੰ 4 ਮਜ਼ਬੂਤ ਹੱਥਾਂ ਨਾਲ ਸਿੱਧਾ ਕਰਕੇ ਖੜ੍ਹਾ ਕੀਤਾ। ਉਹਨਾਂ ਦੀਆਂ ਖਿੰਡੀਆਂ ਹੋਈਆਂ ਚੀਜ਼ਾਂ ਚੁੱਕ ਕੇ ਉਹਨਾਂ ਨੂੰ ਸੰਭਾਲੀਆਂ। ਧੀ ਦੀ ਸਕੂਲ ਦੀ ਵਰਦੀ ਵੇਖ ਕੇ ਹੋਰ ਰਿਕਸ਼ਾ ਕਰਕੇ ਦਿੱਤਾ। ਰਿਕਸ਼ੇ ਵਾਲੇ ਨੂੰ ਕਿਰਾਇਆ ਵੀ ਦਿੱਤਾ। ਮਾਂ ਧੀ ਨੂੰ ਸਕੂਲ ਛੱਡ ਕੇ ਡਾਕਟਰ ਕੋਲ ਪੱਟੀ ਕਰਵਾਉਣ ਗਈ। ਜਿਹੜੇ ਵੇਖ ਕੇ ਅਣਡਿੱਠ ਕਰ ਰਹੇ ਸਨ, ਉਹ ਹੀਜੜੇ ਸਨ ਜਾਂ ਜਿਹੜੇ ਮਦਦ ਕਰ ਰਹੇ ਸਨ, ਉਹ ਹੀਜੜੇ ਸਨ। ਧੰਨਵਾਦ। ਪ੍ਰਯੋਗ। ਇੱਕ ਵਾਰੀ ਇੱਕ ਪ੍ਰਯੋਗ ਕੀਤਾ ਗਿਆ। 60 ਬੱਚਿਆਂ ਦੀ ਇੱਕ ਕਲਾਸ ਵਿੱਚ ਦੱਸਿਆ ਗਿਆ ਕਿ ਜੇ ਹੁਣੇ ਚਾਕਲੇਟ ਲੈਣੀ ਹੈ ਤਾਂ 1 ਮਿਲੇਗੀ, ਜੇ ਅੱਧਾ ਘੰਟਾ ਉਡੀਕ ਕੇ ਲੈਣੀ ਹੈ ਤਾਂ 2 ਚਾਕਲੇਟਾਂ ਮਿਲਣਗੀਆਂ। ਬਹੁਤਿਆਂ ਨੇ ਉਸੇ ਵੇਲੇ ਚਾਕਲੇਟ ਲੈ ਲਈ ਅਤੇ ਖਾਣੀ ਵੀ ਆਰੰਭ ਕਰ ਦਿੱਤੀ। ਕੇਵਲ 12 ਵਿਦਿਆਰਥੀਆਂ ਨੇ ਉਡੀਕ ਕੀਤੀ। ਉਹਨਾਂ ਨੂੰ 2 ਚਾਕਲੇਟਾਂ ਮਿਲੀਆਂ। 25 ਸਾਲ ਮਗਰੋਂ ਸਾਰੇ 60 ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਦਾ ਮੁਲਾਂਕਣ ਕੀਤਾ ਗਿਆ। ਜਿਨ੍ਹਾਂ ਨੇ ਝਟਪਟ ਚਾਕਲੇਟ ਲੈ ਕੇ ਖਾਧੀ ਸੀ, ਉਹਨਾਂ ਵਿੱਚੋਂ 25 ਨਿੱਕੇ ਮੋਟੇ ਕੰਮਾਂ 'ਤੇ ਲੱਗੇ ਹੋਏ ਸਨ। 13 ਅਜੇ ਵੀ ਜਦੋਜਹਿਦ ਕਰ ਰਹੇ ਸਨ। 7 ਬਹੁਤ ਮੋਟੇ ਹੋ ਗਏ ਸਨ। 5 ਦੇ ਵਿਆਹ ਟੁੱਟ ਗਏ ਸਨ। 3 ਹਾਦਸਿਆਂ 'ਚ ਮਾਰੇ ਗਏ ਸਨ। ਜਿਨ੍ਹਾਂ ਨੇ ਉਡੀਕ ਕਰਕੇ ਚਾਕਲੇਟਾਂ ਲਈਆਂ ਸਨ, ਉਹ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਸਨ, ਚੰਗੇ ਕੰਮਾਂ 'ਤੇ ਲੱਗੇ ਹੋਏ ਸਨ, ਵਿਆਹੇ ਹੋਏ ਸਨ ਅਤੇ ਵੱਡੇ ਸ਼ਹਿਰਾਂ ਵਿੱਚ ਖੁੱਲ੍ਹੇ ਮਕਾਨਾਂ ਵਿੱਚ ਰਹਿੰਦੇ ਸਨ। ਧੰਨਵਾਦ। ਧਿਆਨ ਨਾਲ ਸੁਣਨਾ। ਜੇ ਕਿਸੇ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਸੁਣਾਉਣ ਵਾਲੇ ਦੀ ਆਪਣੀ ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ ਅਤੇ ਸਮਰੱਥਾ ਦੋਵੇਂ ਵੱਧ ਜਾਂਦੀਆਂ ਹਨ। ਇਸਤਰੀਆਂ ਅਕਸਰ ਆਪਣੀਆਂ ਸਮੱਸਿਆਵਾਂ ਆਪੇ ਹੱਲ ਕਰ ਲੈਂਦੀਆਂ ਹਨ, ਪਰ ਹੱਲ ਉਦੋਂ ਕਰਦੀਆਂ ਹਨ ਜਦੋਂ ਉਹਨਾਂ ਨੂੰ ਧਿਆਨ ਨਾਲ ਸੁਣਿਆ ਜਾਵੇ। ਧਿਆਨ ਨਾਲ ਸੁਣਨ ਕਰਕੇ ਗੁੱਝੇ ਅਰਥ ਵੀ ਸਮਝ ਆ ਜਾਂਦੇ ਹਨ। ਮਹਿਸੂਸ ਕਰਨ ਵਾਲੇ ਢੰਗ ਨਾਲ ਸੁਣੋ। ਪੜ੍ਹੇ ਲਿਖੇ ਅਤੇ ਸਿਆਣੇ ਲੋਕ ਆਪਣਾ ਦਰਦ ਨਹੀਂ ਪ੍ਰਗਟਾਉਂਦੇ, ਪਰ ਚਾਹੁੰਦੇ ਹਨ ਕਿ ਸੁਣਨ ਵਾਲਾ ਉਹਨਾਂ ਦੇ ਦਰਦ ਨੂੰ ਮਹਿਸੂਸ ਕਰੇ। ਮਹਿਸੂਸ ਕਰਨ ਵਾਲੇ ਢੰਗ ਨਾਲ ਸੁਣਨ ਕਰਕੇ ਪਤਾ ਲੱਗ ਜਾਏਗਾ ਕਿ ਉਹ ਗੁੱਸੇ ਹੈ, ਰੁੱਸਿਆ ਹੋਇਆ ਹੈ, ਨਾਰਾਜ਼ ਹੈ ਕਿ ਦੁਖੀ ਹੈ, ਬੇਇੱਜ਼ਤੀ ਮਹਿਸੂਸ ਕਰਦਾ ਹੈ ਕਿ ਨਜ਼ਰ ਅੰਦਾਜ਼ ਕੀਤੇ ਜਾਣ ਕਰਕੇ ਪਰੇਸ਼ਾਨ ਹੈ। ਗਲਤਫਹਿਮੀ ਬੋਲੇ ਸ਼ਬਦਾਂ 'ਚ ਨਹੀਂ ਹੁੰਦੀ, ਸਮਝੇ ਕੱਢੇ ਅਰਥਾਂ ਵਿੱਚ ਹੁੰਦੀ ਹੈ। ਧੰਨਵਾਦ। ਚੱਕਰਵਰਤੀ ਰਾਜਾ। ਪ੍ਰਾਚੀਨ ਭਾਰਤ ਵਿੱਚ ਮਾਨਤਾ ਸੀ ਕਿ ਜਦੋਂ ਕੋਈ ਰਾਜਾ ਚੱਕਰਵਰਤੀ ਬਣ ਜਾਂਦਾ ਸੀ ਤਾਂ ਉਹ ਸਵਰਗ ਵਿੱਚ ਮੇਰੂ ਪਰਬਤ 'ਤੇ ਆਪਣਾ ਨਾਂ ਦਰਜ ਕਰਨ ਦਾ ਅਧਿਕਾਰੀ ਬਣ ਜਾਂਦਾ ਸੀ, ਜਿਹਦਾ ਅਰਥ ਸੀ ਕਿ ਇਹ ਨਾਂ ਸਦਾ ਅਮਰ ਰਹੇਗਾ। ਜਦੋਂ ਇੱਕ ਰਾਜਾ ਸਵਰਗ ਦੁਆਰ ਪਹੁੰਚਿਆ ਅਤੇ ਮੇਰੂ ਪਰਬਤ ਵੱਲ ਵਧਿਆ ਤਾਂ ਵੇਖਿਆ ਕਿ ਉੱਥੇ ਭੀੜ ਜੁੜੀ ਹੋਈ ਸੀ। ਪੁੱਛਣ 'ਤੇ ਦੁਆਰਪਾਲ ਨੇ ਦੱਸਿਆ ਕਿ ਉਹ ਸਾਰੇ ਚੱਕਰਵਰਤੀ ਰਾਜੇ ਸਨ, ਜਿਹੜੇ ਆਪਣਾ ਨਾਂ ਲਿਖਣ ਦੀ ਉਡੀਕ ਕਰ ਰਹੇ ਸਨ। ਜਦੋਂ ਇਸ ਚੱਕਰਵਰਤੀ ਰਾਜੇ ਦੀ ਵਾਰੀ ਆਈ ਤਾਂ ਉਹ ਵੇਖ ਕੇ ਹੈਰਾਨ ਹੋਇਆ ਕਿ ਇੱਥੇ ਨਾਂ ਲਿਖਣ ਲਈ ਕੋਈ ਖਾਲੀ ਥਾਂ ਹੀ ਨਹੀਂ ਸੀ। ਉਸ ਨੂੰ ਭੁਲੇਖਾ ਸੀ ਕਿ ਕੇਵਲ ਉਹੀ ਚੱਕਰਵਰਤੀ ਰਾਜਾ ਸੀ। ਉਹ ਸੋਚਾਂ 'ਚ ਪੈ ਗਿਆ। ਉਸ ਨੂੰ ਆਵਾਜ਼ ਸੁਣਾਈ ਦਿੱਤੀ, ਕਿਸੇ ਹੋਰ ਦਾ ਨਾਂ ਮਿਟਾ ਕੇ ਆਪਣਾ ਲਿਖ ਦਿਓ। ਇਹ ਸੁਣ ਕੇ ਰਾਜੇ ਨੇ ਸੋਚਿਆ ਕਿ ਫਿਰ ਤਾਂ ਕੋਈ ਹੋਰ ਆ ਕੇ ਮੇਰਾ
ਮੇਰਾ ਮਿਟਾ ਕੇ ਆਪਣਾ ਨਾਂ ਲਿਖ ਲਏਗਾ। ਫਿਰ ਆਵਾਜ਼ ਆਈ, ਇੱਥੇ ਇਹੀ ਵਿਧੀ ਵਿਧਾਨ ਹੈ, ਜਿਹੜੇ ਨਾਂ ਤੂੰ ਵੇਖ ਰਿਹਾ ਹੈ ਉਹ ਹੋਰਾਂ ਦੇ ਮਿਟਾ ਕੇ ਹੀ ਲਿਖੇ ਗਏ ਹਨ। ਧੰਨਵਾਦ। ਅਪਮਾਨ। ਅਪਮਾਨ ਉਹ ਹੁੰਦਾ ਹੈ ਜਿਹੜਾ ਅਪਮਾਨ ਮੰਨਿਆ ਜਾਵੇ। ਕਿਸ ਦਾ ਅਪਮਾਨ ਨਹੀਂ ਹੋਇਆ? ਥੋੜ੍ਹਾ ਜਿਹਾ ਅਪਮਾਨ ਬਰਦਾਸ਼ਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਪੁਰਾਤਨ ਯੂਨਾਨ ਵਿੱਚ ਵੀ ਬਹਿਸ ਕਰਦਿਆਂ ਜਵਾਨ ਅਕਸਰ ਸੰਸਾਰ ਦੇ ਸਭ ਤੋਂ ਸਿਆਣੇ ਪੁਰਸ਼ ਸੁਕਰਾਤ ਨਾਲ ਵੀ ਖਹਿਬੜ ਪੈਂਦੇ ਸਨ। ਪਰ ਸੁਕਰਾਤ ਇਹਨੂੰ ਅਪਮਾਨ ਨਹੀਂ ਸੀ ਮੰਨਦਾ। ਜਦੋਂ ਇੱਕ ਵਾਰੀ ਇੱਕ ਜਵਾਨ ਨੇ ਸੁਕਰਾਤ ਨੂੰ ਗਾਲਾਂ ਕੱਢੀਆਂ ਤਾਂ ਸੁਕਰਾਤ ਨੇ ਕਿਹਾ ਸੀ, ਇਹ ਗਾਲਾਂ ਮੇਰੇ ਲਈ ਨਹੀਂ ਸਨ, ਇਸ ਨੂੰ ਗਾਲਾਂ ਕੱਢਣੀਆਂ ਹੀ ਨਹੀਂ ਆਉਂਦੀਆਂ। ਇਵੇਂ ਇੱਕ ਵਿਅਕਤੀ ਨੇ ਸੁਕਰਾਤ ਨੂੰ ਮੁੱਕਾ ਮਾਰਿਆ, ਕਿਉਂਕਿ ਉਸ ਅਨੁਸਾਰ ਸੁਕਰਾਤ ਨੇ ਉਹਦੇ ਪੁੱਤਰ ਨੂੰ ਕੁਰਾਹੇ ਪਾਇਆ ਸੀ। ਜਦੋਂ ਹੋਰਾਂ ਨੇ ਵਿਰੋਧ ਕਰਨ ਲਈ ਕਿਹਾ ਤਾਂ ਸੁਕਰਾਤ ਨੇ ਧੀਰਜ ਨਾਲ ਕਿਹਾ ਸੀ, ਜੇ ਝੋਟਾ ਮੇਰੇ ਨਾਲ ਟਕਰਾਏ ਤਾਂ ਕੀ ਜ਼ਰੂਰੀ ਹੈ ਕਿ ਮੈਂ ਵੀ ਉਸ ਨਾਲ ਟਕਰਾਵਾਂ? ਧੰਨਵਾਦ। ਕਵੀ ਤੇ ਕਵਿਤਾ। ਪ੍ਰਸਿੱਧ ਅਰਬੀ ਕਵੀ ਅਬੂ ਤਾਲਿਬ ਭਾਂਡਿਆਂ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਸੀ। ਇੱਕ ਦਿਨ ਇੱਕ ਸੁਨੱਖੀ ਮੁਟਿਆਰ ਉਸ ਤੋਂ ਆਪਣੀ ਗਾਗਰ ਮੁਰੰਮਤ ਕਰਵਾਉਣ ਆਈ ਤਾਂ ਅਬੂ ਤਾਲਿਬ ਗਾਗਰ ਠੀਕ ਕਰਨ ਦੀ ਬਜਾਏ ਹੋਰ ਨਿਗੂਣੇ ਕੰਮਾਂ 'ਚ ਰੁੱਝਿਆ ਰਿਹਾ। ਜਦੋਂ ਕਾਫੀ ਦੇਰ ਹੋ ਗਈ ਤਾਂ ਮੁਟਿਆਰ ਨੇ ਅੱਕ ਕੇ ਕਿਹਾ, ਤੂੰ ਇੰਨੀ ਦੇਰ ਕਿਉਂ ਲਾਈ ਜਾਣਾ? ਮੈਂ ਵਾਪਸ ਵੀ ਜਾਣਾ। ਅਬੂ ਤਾਲਿਬ ਨੇ ਕਿਹਾ, ਜੇ ਮੈਂ ਗਾਗਰ ਝੱਟ ਠੀਕ ਕਰ ਦਿਆਂ ਤਾਂ ਤੂੰ ਚਲੀ ਜਾਏਂਗੀ, ਪਰ ਮੇਰਾ ਦਿਲ ਕਰਦਾ ਹੈ ਕਿ ਤੂੰ ਸਾਹਮਣੇ ਬੈਠੀ ਰਹੀਂ ਅਤੇ ਮੈਂ ਤੈਨੂੰ ਨਿਹਾਰਦਾ ਰਹਾਂ। ਉਸ ਮੁਟਿਆਰ ਵੱਲੋਂ ਗਾਗਰ ਵਾਪਸ ਲੈ ਜਾਣ ਮਗਰੋਂ ਅਬੂ ਤਾਲਿਬ ਨੇ ਉਸ ਮੁਟਿਆਰ ਦੇ ਹੁਸਨ 'ਤੇ ਕਈ ਕਵਿਤਾਵਾਂ ਲਿਖੀਆਂ ਅਤੇ ਕਵਿਤਾਵਾਂ ਲਿਖਦਿਆਂ ਉਹ ਆਪਣੇ ਦੇਸ਼ ਦਾ ਪ੍ਰਸਿੱਧ ਕਵੀ ਬਣ ਗਿਆ। ਲਗਭਗ 3 ਦਹਾਕੇ ਮਗਰੋਂ ਇੱਕ ਬੁੱਢੀ ਔਰਤ ਨੇ ਉਸ ਦੇ ਸਾਹਮਣੇ ਹੋ ਕੇ ਕਿਹਾ, ਤੂੰ ਮੈਨੂੰ ਪਛਾਣਿਆ ਨਹੀਂ? ਮੈਂ ਉਹੀ ਕੁੜੀ ਹਾਂ ਜਿਹਨੂੰ ਵੇਖ ਕੇ ਤੂੰ ਕਵਿਤਾਵਾਂ ਲਿਖਣ ਲੱਗ ਪਿਆ ਸਾਂ। ਮੈਂ ਹੀ ਤੈਨੂੰ ਕਵੀ ਬਣਾਇਆ ਸੀ। ਅਬੂ ਤਾਲਿਬ ਨੇ ਕਿਹਾ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੂੰ 2 ਵਿਆਹ ਕਰਵਾਏ ਸੀ, ਉਹਨਾਂ ਵਿੱਚੋਂ ਤੂੰ ਕਿਸੇ ਨੂੰ ਕਵੀ ਬਣਾਇਆ? ਤੈਨੂੰ ਭਰਮ ਹੈ ਕਿ ਤੂੰ ਮੈਨੂੰ ਕਵੀ ਬਣਾਇਆ। ਕਵਿਤਾ ਮੇਰੇ ਅੰਦਰ ਸੀ, ਇਹ ਆਪ ਮੁਹਾਰੇ ਫੁੱਟ ਪਈ ਸੀ। ਜਦੋਂ ਇਹ ਫੁੱਟ ਪਈ ਸੀ ਉਸ ਵੇਲੇ ਕੁਦਰਤੀ ਤੂੰ ਗਾਗਰ ਲੈ ਕੇ ਆ ਗਈ ਸੀ। ਧੰਨਵਾਦ। ਪਹਿਲਾ ਪਿਆਰ। ਮਿਲਖਾ ਸਿੰਘ ਦੇ ਬਚਪਨ ਵਿੱਚ ਦੀਪੋ ਨਾਂ ਦੀ ਕੁੜੀ ਨੇ ਉਸ ਵਿੱਚ ਪਿਆਰ ਭਾਵਨਾ ਜਗਾਈ ਸੀ। ਮਿਲਖਾ ਸਿੰਘ ਜਦੋਂ ਪ੍ਰਸਿੱਧ ਹੋ ਗਿਆ ਤਾਂ ਉਸਨੇ ਦੀਪੋ ਦੀ ਬੜੀ ਭਾਲ ਕੀਤੀ, ਪਰ ਸਫਲਤਾ ਨਾ ਮਿਲੀ। ਜਦੋਂ ਮਿਲਖਾ ਸਿੰਘ 'ਤੇ ਫਿਲਮ ਬਣੀ ਤਾਂ ਮਿਲਖਾ ਸਿੰਘ ਨੂੰ ਆਸ ਸੀ ਕਿ ਦੀਪੋ ਇਹ ਫਿਲਮ ਵੇਖੇਗੀ ਤੇ ਉਹਨੂੰ ਪਛਾਣ ਕੇ ਸੰਪਰਕ ਕਰਨ ਦਾ ਯਤਨ ਕਰੇਗੀ, ਪਰ ਅਜਿਹਾ ਕੁਝ ਨਾ ਵਾਪਰਿਆ। ਮਿਲਖਾ ਸਿੰਘ ਸੋਚਦਾ ਸੀ ਉਸ ਦੀ ਫਿਲਮ ਕੋਈ ਵੇਖੇ ਨਾ ਵੇਖੇ, ਪਰ ਦੀਪੋ ਜ਼ਰੂਰ ਵੇਖੇ। ਉਹਦਾ ਖਿਆਲ ਸੀ ਕਿ ਫਿਲਮ ਬਣੀ ਹੀ ਦੀਪੋ ਲਈ ਸੀ। ਪਿਆਰ ਤਾਂ ਪਹਿਲਾਂ ਹੀ ਯਾਦ ਰਹਿੰਦਾ ਹੈ, ਹੋਰ ਤਾਂ ਕੇਵਲ ਮਿਲਣੀਆਂ ਹੀ ਹੁੰਦੀਆਂ ਹਨ। ਧੰਨਵਾਦ। ਰੋਣਾ ਇੱਕ ਥੈਰੇਪੀ। ਰੋਣਾ ਔਰਤ ਲਈ ਤਣਾਅ ਤੋਂ ਨਿਜਾਤ ਪ੍ਰਾਪਤ ਕਰਨ ਦਾ ਵਿਸ਼ਵ ਵਿਆਪੀ ਕੁਦਰਤੀ ਤੇ ਸੁਭਾਵਕ ਢੰਗ ਹੈ। ਇਸ ਯੋਗਤਾ ਤੇ ਸਹੂਲਤ ਕਾਰਨ ਔਰਤਾਂ ਅਕਸਰ ਪੁਰਸ਼ਾਂ ਦੇ ਮੁਕਾਬਲੇ ਲੰਮੇਰਾ, ਸੰਤੁਸ਼ਟ ਤੇ ਤਣਾਅ ਮੁਕਤ ਜੀਵਨ ਜਿਉਂਦੀਆਂ ਹਨ। ਰੋਣ ਵਾਲੀ ਇਸਤਰੀ ਰੋਂਦਿਆਂ ਕਮਜ਼ੋਰ ਲੱਗਦੀ ਹੈ, ਪਰ ਰੋਣ ਉਪਰੰਤ ਟਿਕਾ ਆ ਜਾਣ ਕਾਰਨ ਉਹ ਸ਼ਕਤੀਸ਼ਾਲੀ ਹੋ ਜਾਂਦੀ ਹੈ। ਰੋਣਾ ਔਰਤ ਦੀ ਕਮਜ਼ੋਰੀ ਨਹੀਂ, ਕੁਦਰਤ ਵੱਲੋਂ ਸਿਰਜਿਆ ਇਹ ਤਣਾਅ ਤੋਂ ਮੁਕਤ ਹੋਣ ਦਾ ਢੰਗ ਹੈ। ਇਸੇ ਕਾਰਨ ਔਰਤ ਕੁਦਰਤ ਅਤੇ ਜ਼ਿੰਦਗੀ ਨਾਲ ਵਧੇਰੇ ਇਕਸੁਰ ਹੁੰਦੀ ਹੈ ਤੇ ਰੋਣਾ ਥੈਰੇਪੀ ਬਣ ਜਾਂਦਾ ਹੈ। ਧੰਨਵਾਦ।